ਜਿਹੜਾ ਆਪਾਂ ਇਤਰ ਲਾਉਂਦੇ ਆ ਨਾ ਆਪਦੇ ਲੀੜਿਆਂ ਤੇ ਹੁਣ ਇਹਦੀ ਖੋਜ ਇਸ ਜਗ੍ਹਾ ਤੇ ਹੋਈ ਸੀ ਜਿਹੜੀ ਜਗ੍ਹਾ ਤੁਹਾਨੂੰ ਦਿਖਾ ਰਹੇ ਆ। ਜਹਾਂਗੀਰ ਦੇ ਇਸ ਮਹਿਲ ਦੇ ਵਿੱਚ ਹੋਈ ਸੀ। ਲੋਕ ਇਸ ਮਹਿਲ ਨੂੰ ਜਾਣਦੇ ਹੀ ਨਹੀਂ ਵੀ ਇੱਥੇ ਹੈਗਾ, ਭੁੱਲੇ ਵਿਸਰੇ ਹੀ ਪਏ ਆ। ਇਤਿਹਾਸ ਜਾਣਨਾ ਤਾਂ ਬਹੁਤ ਦੂਰ ਦੀ ਗੱਲ ਆ। ਅੱਜ ਜਹਾਂਗੀਰ ਦੀ ਜ਼ਿੰਦਗੀ ਬਾਰੇ ਵੀ ਗੱਲਾਂ ਕਰਾਂਗੇ ਤੇ ਕਦੋਂ ਤੇ ਕਿਵੇਂ ਹੋਈ ਸੀ ਇਤਰ ਦੀ ਖੋਜ, ਇਸ ਸੰਬੰਧ ਦੇ ਵਿੱਚ ਵੀ ਕਰਦੇ ਹਾਂ ਗੱਲਾਂ ਬਾਤਾਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਬੜਾ ਕਮਾਲ ਦਾ ਮਹਿਲ ਵਿਖਾਉਣਾ ਤੁਹਾਨੂੰ, ਜਹਾਂਗੀਰ ਦੇ ਸਮੇਂ ਦਾ। ਇਹਨੂੰ ਜਹਾਂਗੀਰ ਮਹਿਲ ਵੀ ਆਖਦੇ ਆ। ਤੇ ਤੁਹਾਨੂੰ ਮੈਂ ਦੂਜੀ ਵੱਡੀ ਗੱਲ ਇਹ ਦੱਸ ਦਿਆਂ ਵੀ ਹੋ ਸਕਦਾ ਕਹਿੰਦਾ ਇੱਥੇ ਜੇ ਤੁਸੀਂ ਇੱਥੋਂ ਦੇ ਲੋਕਾਂ ਦੇ ਆਸਰੇ ਰਹਿ ਜਾਂਦੇ ਤਾਂ ਮਹਿਲ ਤੁਹਾਨੂੰ ਨਾ ਦਿਖਾ ਪਾਉਂਦੇ, ਕਿਉਂਕਿ ਬਹੁਤ ਔਖੇ ਰਾਹ ਥਾਣੀ ਇੱਥੇ ਆਇਆ ਜਾਂਦਾ ਵਾ। ਇਸ ਵਕਤ ਅਸੀਂ ਪੁਸ਼ਕਰ ਦੇ ਵਿੱਚ ਆ। ਪੁਸ਼ਕਰ ਪੈਂਦਾ ਵਾ ਰਾਜਸਥਾਨ ਦੇ ਵਿੱਚ, ਮਤਲਬ ਕਿ ਅਜਮੇਰ ਤੋਂ 14 ਕਿਲੋਮੀਟਰ ਦੂਰ ਆ ਅਸੀਂ। ਤੇ ਇੱਥੇ ਬੜਾ ਖੂਬਸੂਰਤ ਮਹਿਲ ਬਣਿਆ ਹੋਇਆ ਵਾ। ਕਿਸੇ ਸਮੇਂ ਕਿਹਾ ਜਾਂਦਾ ਸੀ ਵੀ ਇੱਥੇ ਨੂਰ ਜਹਾਂ ਤੇ ਜਹਾਂਗੀਰ ਬਾਦਸ਼ਾਹ ਆ ਕੇ ਬਹਿੰਦੇ ਹੁੰਦੇ ਸੀ ਤੇ ਇਹਦੇ ਇਰਦ ਗਿਰਦ ਝੀਲ ਹੁੰਦੀ ਸੀ ਤੇ ਝੀਲ ਦੇ ਵਿੱਚ ਖੂਬਸੂਰਤ ਫੁੱਲ ਖਿੜਦੇ ਹੁੰਦੇ ਸੀ। ਤੇ ਦੂਜੀ ਵੱਡੀ ਇਤਿਹਾਸਕ ਘਟਨਾ ਇਹ ਦੱਸ ਦਿੰਦਾ ਵਾ, ਆਪਾਂ ਅਸਲੀ ਸੁਣਦੇ ਹੁੰਦੇ ਆ ਵਾ ਇਤਰ ਜਿਹੜਾ ਗੁਲਾਬਾਂ ਤੋਂ ਬਣਦਾ, ਕਿਉਂਕਿ ਪੁਸ਼ਕਰ ਦੇ ਵਿੱਚ ਖਾਸ ਕਿਸਮ ਦੇ ਗੁਲਾਬ ਸੀ। ਤਾਂ ਉਹਨਾਂ ਗੁਲਾਬਾਂ ਦੀ ਤੋਂ ਇਤਰ ਤਿਆਰ ਕਰਨ ਦੀ ਕਾਢ ਵੀ ਕਹਿੰਦੇ ਨੂਰ ਜਹਾਂ ਦੇ ਦਿਮਾਗ ਦੀ ਸੀ। ਤੇ ਨੂਰ ਜਹਾਂ ਵੀ ਬੜੀ ਕਮਾਲ ਦੀ ਇਸਤਰੀ ਸੀ ਕਿ ਉਹ ਫੈਸ਼ਨ ਡਿਜ਼ਾਈਨਰ ਵੀ ਸੀ। ਉਹਨੇ ਗਹਿਣੇ ਦੇ ਉੱਤੇ ਵੀ ਨਮੂਨੇ ਪਾਉਣੇ, ਆਮ ਲੋਕਾਂ ਨੂੰ ਦੱਸੇ ਨਵੀਆਂ ਤਕਨੀਕਾਂ ਰਾਹੀਂ। ਮਤਲਬ ਉਸ ਸਮੇਂ ਦੀ ਕਹਿ ਸਕਦੇ ਹਾਂ ਕਿ ਇੱਕ ਮਹਿੰਗੀ ਡਿਜ਼ਾਈਨਰ ਸੀ, ਸ਼ਾਹੀ ਡਿਜ਼ਾਈਨਰ ਵੀ ਕਹਿ ਸਕਦੇ ਹਾਂ ਉਹਨੂੰ। ਤੇ ਅੱਜ ਇਹਦੇ ਬਾਰੇ ਗੱਲਬਾਤ ਹੋਣੀ ਆ, ਜਹਾਂਗੀਰ ਮਹਿਲ ਬਾਰੇ, ਨੂਰ ਜਹਾਂ ਬਾਰੇ ਤੇ ਕੁਝ ਹੋਰ ਇਤਿਹਾਸ ਦੀਆਂ ਗੱਲਾਂ ਹੋਣਗੀਆਂ। ਆਓ ਚੱਲੀਏ ਦਰਸ਼ਕੋ। ਦੂਜੀ ਸਾਨੂੰ ਵੱਡੀ ਗੱਲ ਇਹ ਦੱਸਦੇ ਆ ਵੀ ਲੋਕਾਂ ਨੂੰ, ਇੱਥੋਂ ਦੇ ਜਿਹੜੇ ਨੇੜੇ ਦੇ ਵਸਨੀਕ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ। ਪਰ ਆਪਾਂ ਨੂੰ ਕਦੇ ਸੂਹ ਮਿਲ ਗਈ ਸੀ ਦੀ ਪੰਜਾਬ ਬੈਠੇ, ਇਸ ਕਰਕੇ ਆਪਾਂ ਇੱਥੇ ਪਹੁੰਚ ਗਏ। ਸੋ ਗੱਲ ਕਰਦੇ ਆਪਾਂ ਜਹਾਂਗੀਰ ਬਾਦਸ਼ਾਹ ਦੀ। ਜਹਾਂਗੀਰ ਬਾਦਸ਼ਾਹ ਅਕਬਰ ਦਾ ਸਭ ਤੋਂ ਵੱਡਾ ਮੁੰਡਾ ਸੀਗਾ ਤੇ ਬੜੀਆਂ ਕਦੇ ਮੈਂ ਕਹਿੰਦਾ ਵੀ ਮੰਨਤਾਂ ਮੰਗ ਕੇ ਲਿਆ ਸੀਗਾ, ਕਿਉਂਕਿ ਅਕਬਰ ਦੇ ਜਵਾਕ ਹੈ ਨਹੀਂ ਸੀ, ਵੱਡੀ ਉਮਰ ਦੇ ਵਿੱਚ ਹੀ ਹੋਇਆ ਸੀ। ਤੇ ਇਹਦਾ ਜਨਮ 1569 ਈਸਵੀ ਦੇ ਵਿੱਚ ਰਾਜਪੂਤ ਰਾਣੀ ਜੋਧਾ ਬਾਈ ਦੀ ਕੁੱਖੋਂ ਹੋਇਆ ਸੀ, ਕਿਉਂਕਿ ਅਕਬਰ ਬਾਦਸ਼ਾਹ ਦੀ ਜਿਹੜੀ ਘਰ ਵਾਲੀ ਸੀ ਉਹ ਰਾਜਪੂਤ ਪਰਿਵਾਰ ਨੂੰ ਸੰਬੰਧ ਰੱਖਦੀ ਸੀ। ਤੇ 1605 ਈਸਵੀ ਦੇ ਵਿੱਚ ਜਹਾਂਗੀਰ ਭਾਰਤ ਦਾ ਬਾਦਸ਼ਾਹ ਬਣਿਆ ਸੀਗਾ। ਤੇ ਇਸ ਜਹਾਂਗੀਰ ਬਾਦਸ਼ਾਹ ਦੇ ਬਾਰੇ ਅਕਬਰ ਦਾ ਖਿਆਲ ਸੀ ਕਿ ਵੀ ਮੇਰਾ ਪਿਓ ਤਾਂ ਸੀਗਾ ਤੰਗੀਆਂ ਤੁਰਸ਼ੀਆਂ ਦੇ ਵਿੱਚ ਹਮਾਯੂ, ਕਿਉਂਕਿ ਉਹ ਭੱਜ ਨੱਠ ਕੇ ਆਪਦੀ ਜਾਨ ਬਚਾਉਂਦਾ ਫਿਰਦਾ ਸੀ। ਉਹ ਕਹਿ ਲਓ ਕਿ ਮਾੜੇ ਹਾਲਾਤਾਂ ਦੇ ਕਰਕੇ ਅਕਬਰ ਨੂੰ ਪੜ੍ਹਾ ਨਹੀਂ ਸਕਿਆ। ਪਰ ਅਕਬਰ ਦਾ ਖਿਆਲ ਸੀ ਕਿ ਮੈਂ ਆਪਦੇ ਪੁੱਤ ਨੂੰ ਚੰਗਾ ਪੜ੍ਹਾਵਾਂ ਲਿਖਾਵਾਂ। ਤੇ ਦੂਜੇ ਪਾਸੇ ਫਿਰ ਜਹਾਂਗੀਰ ਥੋੜ੍ਹਾ ਜਿਹਾ ਐਸ਼ਪ੍ਰਸਤ ਸੀ, ਪੈਗ ਪੁੱਗ ਲਾ ਲੈਂਦਾ ਹੁੰਦਾ ਸੀਗਾ। ਤੇ ਇਸੇ ਕਰਕੇ ਅਕਬਰ ਬਹੁਤ ਖਫਾ ਸੀ ਵੀ ਮੇਰਾ ਮੁੰਡਾ ਬੰਦਾ ਬਣ ਜੇ। ਬੜੀਆਂ ਉਹਨੂੰ ਸਲਾਹਾਂ ਦਿਆ ਕਰੇ, ਪਰ ਜਹਾਂਗੀਰ ਮੰਨਣ ਵਾਲੀ ਜੜੀ ਕਿੱਥੇ ਸੀ ਉਸ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਜਵਾਕ ਸੀਗਾ, ਛੋਟੀ ਉਮਰ ਸੀ, ਰਾਜੇ ਦਾ ਮੁੰਡਾ ਸੀਗਾ, ਫੱਟੇ ਚੱਕੀ ਤੁਰਿਆ ਆ। ਤੇ ਉਦੋਂ ਬਾਅਦ ਵਿੱਚ ਦੱਸਦੇ ਆ ਵੀ ਜਹਾਂਗੀਰ ਨੂੰ ਅਕਬਰ ਨਾਲ ਮਤਲਬ ਗੁੱਸਾ ਸੀਗਾ ਵੀ ਤੂੰ ਕਦੇ ਮੈਨੂੰ ਬਾਹਲੀਆਂ ਰਿਆਂ ਨਾ ਦਿਆ ਕਰ, ਜਿਵੇਂ ਇੱਕ ਪੁੱਤ ਬਾਗੀ ਪੁੱਤ ਆਪਦੇ ਪਿਓ ਨਾਲ ਲੜਦਾ ਹੁੰਦਾ, ਉਸ ਤਰੀਕੇ ਦਾ ਸੁਭਾਅ ਸੀ। ਪਰ ਜਹਾਂਗੀਰ ਨੂੰ ਅਕਬਰ ਬਾਦਸ਼ਾਹ ਨੇ ਆਖਰੀ ਸਾਹ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੇ ਇੱਕ ਜਹਾਂਗੀਰ ਅੰਗਰੇਜ਼ ਵਿਦਵਾਨਾਂ ਦਾ ਖਿਆਲ ਆ ਵੀ ਜਹਾਂਗੀਰ ਬਾਦਸ਼ਾਹ ਅਕਬਰ ਨੂੰ ਨਫ਼ਰਤ ਇਸ ਕਰਕੇ ਕਰਦਾ ਸੀ ਕਿਉਂਕਿ ਜਹਾਂਗੀਰ ਬਾਦਸ਼ਾਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀਗਾ, ਸੁੰਨੀ ਮੁਸਲਮਾਨ ਸੀਗਾ। ਤੇ ਇਸੇ ਚੱਕਰ ਦੇ ਵਿੱਚ ਹੀ ਕਿਉਂਕਿ ਅਕਬਰ ਬਾਦਸ਼ਾਹ ਨੇ ਚਲਾਇਆ ਸੀ ਨਵਾਂ ਧਰਮ, ਜਿਹਨੂੰ ਦੀਨ ਇਲਾਹੀ ਧਰਮ ਕਹਿੰਦੇ ਆ। ਉਹਦੇ ਵਿੱਚ ਸਾਰਿਆਂ ਨੂੰ ਉਹਨੇ ਇਕੱਠਾ ਕਰ ਲਿਆ ਸੀ, ਮਤਲਬ ਆਪਸੀ ਏਕਤਾ ਦੀ ਗੱਲ ਕੀਤੀ ਸੀ, ਜਿਹੜੀ ਕਿ ਜਹਾਂਗੀਰ ਬਾਦਸ਼ਾਹ ਨੂੰ ਚੰਗੀ ਨਹੀਂ ਸੀ ਲੱਗਦੀ। ਦਰਸ਼ਕੋ, ਅਕਤੂਬਰ 1605 ਇਹਦੇ ਵਿੱਚ ਅਕਬਰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ, ਮਤਲਬ ਦਿਨਾਂ 'ਚ ਹੀ ਬਿਮਾਰ ਹੋ ਗਿਆ ਸੀਗਾ। ਹਾਲਾਤ ਇਹੋ ਜਿਹੇ ਬਣ ਗਏ ਸੀ ਉਹ ਤੋਂ ਚੱਜ ਨਾਲ ਬੋਲਿਆ ਵੀ ਨਹੀਂ ਸੀ ਜਾ ਰਿਹਾ ਅਕਬਰ ਬਾਦਸ਼ਾਹ ਤੋਂ। ਉਹਨੇ ਫਿਰ ਇਸ਼ਾਰੇ ਦੇ ਨਾਲ ਜਹਾਂਗੀਰ ਨੂੰ ਸੱਦਿਆ। ਇਹ ਸਥਿਤੀ ਹੈਗੀ ਆ ਆਗਰੇ ਦੀ। ਤੇ ਆਗਰੇ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਆਹ ਤਾਜ ਪਿਆ ਭਾਈ ਪਹਿਨ। ਤਾਂ ਜਹਾਂਗੀਰ ਨੇ ਤਾਜ ਪਹਿਨਿਆ ਤੇ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਆਪਣੀ ਤਲਵਾਰ ਭੇਟ ਕੀਤੀ ਉਹਨੂੰ, ਜਹਾਂਗੀਰ ਨੂੰ ਤੇ ਉਹਦੇ ਨਾਲ ਭਾਰਤ ਦਾ ਬਾਦਸ਼ਾਹ ਐਲਾਨਿਆ ਗਿਆ ਜਹਾਂਗੀਰ ਬਾਦਸ਼ਾਹ। ਤੇ ਉਹਨੇ ਬਾਦਸ਼ਾਹ ਬਣਨ ਤੋਂ ਬਾਅਦ ਬਹੁਤ ਸਾਰੇ ਸੁਧਾਰ ਵੀ ਕੀਤੇ। ਉਹਨੇ ਆਪਦੇ ਸੂਬੇਦਾਰਾਂ ਨੂੰ ਕਹਿਤਾ ਭਾਈ ਐਵੇਂ ਗੁੰਡਾ ਪਰਚੀ ਨਹੀਂ ਲਾਉਣੀ, ਜਿਹੜੇ ਟੈਕਸ ਸਰਕਾਰ ਵੱਲੋਂ ਨਿਰਧਾਰਿਤ ਹੋਏ ਨੇ ਉਹ ਟੈਕਸ ਹੀ ਲਿਆ ਕਰਨੇ ਆ, ਐਵੇਂ ਆਪਦੀ ਮਰਜ਼ੀਆਂ ਨਾਲ ਟੈਕਸ ਨਹੀਂ ਵਸੂਲਣੇ। ਇਹ ਉਹਨੇ ਕਰੜੇ ਕਰਤੇ ਸੀ ਸਾਰੇ ਬੰਦੇ। ਉਹਨੇ ਰਾਹਾਂ ਦੇ ਵਿੱਚ ਵਪਾਰੀਆਂ ਨੂੰ ਤਰਜੀਹ ਦੇਣ ਦੇ ਲਈ ਮਤਲਬ ਚੌਂਕੀਆਂ ਬਣਾਤੀਆਂ ਸੀ, ਡਾਕੂਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਤਾ ਸੀ। ਤੇ ਇੱਕ ਵੱਡੀ ਗੱਲ ਤੁਹਾਨੂੰ ਹੋਰ ਦੱਸਦੇ ਹਾਂ, ਉਹਨੇ ਹਫ਼ਤੇ ਦੇ ਵਿੱਚ 3 ਦਿਨ
ਜਾਨਵਰਾਂ ਦੀ ਮਤਲਬ ਕੱਟੀ ਵੱਢੀ ਤੇ ਰੋਕ ਲਾਤੀ ਸੀ, ਮਤਲਬ ਜਾਨਵਰਾਂ ਦੇ ਕੱਟਣ ਤੇ ਰੋਕ ਲਾਤੀ ਸੀ ਭਈ ਇਹਨਾਂ ਨੂੰ ਵੀ ਮੌਕਾ ਦਿਓ ਵੀ ਇਹਦੇ ਨਾਲ ਕੀ ਹੈ ਬੈਲੈਂਸ ਬਣਿਆ ਰਹੇ ਵੀ ਇਹ ਨਹੀਂਗਾ ਵੀ ਆਹੋ ਲਾਈ ਤੁਰੇ ਆਉਣੇ ਆ। ਇੱਥੋਂ ਪਤਾ ਲੱਗਦਾ ਵੀ ਉਹ ਸੰਜੀਦਾ ਸੀਗਾ ਆਪਦੇ ਰਾਜ ਪ੍ਰਤੀ, ਮਤਲਬ ਕੁਦਰਤ ਪ੍ਰਤੀ ਵੀ ਸੰਜੀਦਾ ਸੀਗਾ। ਕਿਉਂਕਿ ਵੱਡੀ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਜਹਾਂਗੀਰ ਨੇ ਇਹ ਚੀਜ਼ਾਂ ਬਣਾਈਆਂ ਜਾਂ ਕੁਦਰਤ ਨੂੰ ਪਿਆਰ ਕਰਨ ਵਾਲੀਆਂ ਚੀਜ਼ਾਂ ਬਣਾਈਆਂ ਉਹ ਵੀ ਇੱਕ ਪੱਖ ਆ। ਆਪਣੇ ਮਤਭੇਦ ਵੀ ਕਿਸੇ ਨਾ ਕਿਸੇ ਗੱਲਾਂ ਤੇ ਹੋ ਸਕਦੇ, ਵੱਡੀ ਗੱਲ ਨਹੀਂ, ਮਤਭੇਦ ਤਾਂ ਆਪਣੇ ਹੋਣ ਵਾਲੀਆਂ ਸਰਕਾਰਾਂ ਨਾਲ ਵੀ ਆ, ਪਰ ਉਹਦੇ ਨਾਲ ਨਾਲ ਕੁਝ ਚੰਗੇ ਕੰਮ ਵੀ ਹੁੰਦੇ ਆ ਜਿਹੜੇ ਆਪਾਂ ਉਹਨਾਂ ਦੇ ਯਾਦ ਕਰਦੇ ਹਾਂ, ਜੋ ਇਤਿਹਾਸ 'ਚੋਂ ਦਰਜ ਹੋ ਜਾਂਦੇ ਨੇ। ਅੱਜ ਉਹ ਗੱਲਾਂ ਵੀ ਹੋਣੀਆਂ ਨੇ। ਇਸ ਤੋਂ ਬਿਨਾਂ ਦੱਸਦੇ ਵੀ ਜਹਾਂਗੀਰ ਬਾਦਸ਼ਾਹ ਇਹ ਐਸਾ ਬਾਦਸ਼ਾਹ ਸੀ ਜਿਹਨੇ ਸਰਾਵਾਂ ਵੀ ਬਣਾਈਆਂ, ਕਿਲੇ ਵੀ ਬਣਾਏ, ਮਸਜਿਦਾਂ ਵੀ ਬਣਾਈਆਂ। ਜਿਵੇਂ ਨਕੋਦਰ ਦੇ ਵਿੱਚ ਇੱਕ ਆਪਾਂ ਜਗ੍ਹਾ ਸੁਣਦੇ ਹਾਂ ਨੂਰ ਮਹਿਲ ਦੀ ਮੋਰੀ, ਨੂਰ ਮਹਿਲ ਦੀ ਸਰਾਂ ਵੀ ਕਹਿ ਦਿੰਦੇ ਆ, ਉਹ ਵੀ ਨੂਰ ਜਹਾਂ ਦੇ ਲਈ ਉਹਨੇ ਬਣਾਈ ਸੀ। ਤੇ ਦੂਜੀ ਵੱਡੀ ਘਟਨਾ ਇਤਿਹਾਸ 'ਚ ਇਹ ਵਾਪਰਦੀ ਆ ਉਹਦੇ ਜੀਵਨ ਦੇ ਵਿੱਚ ਵੀ ਉਹਨੇ ਨੂਰ ਜਹਾਂ ਨਾਲ ਜਦੋਂ ਵਿਆਹ ਕਰਾਇਆ ਸੀਗਾ, ਕਿਉਂਕਿ ਪਹਿਲਾਂ ਉਹਨੂੰ ਨੂਰ ਮਹਿਲ ਦਾ ਖਿਤਾਬ ਦਿੱਤਾ, ਫਿਰ ਉਹ ਨੂਰ ਜਹਾਂ ਦਾ ਖਿਤਾਬ ਦਿੱਤਾ। ਕਿਉਂਕਿ ਨੂਰ ਜਹਾਂ ਦੀ ਗੱਲ ਨਾ ਕਰੀਏ ਤਾਂ ਜਹਾਂਗੀਰ ਦੀ ਜੀਵਨੀ ਵੀ ਜਾਂ ਜਹਾਂਗੀਰ ਬਾਰੇ ਗੱਲਬਾਤ ਜਮਾ ਅਧੂਰੀ ਆ। ਸੋ ਉਹਦੇ ਬਾਰੇ ਆਪਾਂ ਨੂਰ ਜਹਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਦਰਸ਼ਕੋ, ਜਦੋਂ ਜਹਾਂਗੀਰ ਦਾ ਨੂਰ ਜਹਾਂ ਨਾਲ ਵਿਆਹ ਹੋਇਆ ਤੇ ਨੂਰ ਜਹਾਂ ਉਦੋਂ 34 ਸਾਲਾਂ ਦੀ ਸੀ ਤੇ ਜਹਾਂਗੀਰ 42 ਸਾਲਾਂ ਦਾ ਸੀ। ਕਿਹਾ ਜਾਂਦਾ ਵੀ ਜਿਹੜੀ ਨੂਰ ਜਹਾਂ ਸੀ ਇਹ ਅਸਲ ਵਿੱਚ ਕੰਧਾਰ ਵਾਲੀ ਏਰੀਏ ਦੇ ਸੀ, ਮਤਲਬ ਅਫਗਾਨਿਸਤਾਨ ਤੋਂ ਆਏ ਹੋਇਆ ਇੱਕ ਗਰੀਬ ਪਰਿਵਾਰ ਦੀ ਧੀ ਸੀ। ਤੇ ਕਿਉਂਕਿ ਉੱਥੇ ਰੁਜ਼ਗਾਰ ਨਹੀਂ ਸੀ, ਉਸ ਰੁਜ਼ਗਾਰ ਲੱਭਣ ਦੇ ਚੱਕਰ ਦੇ ਵਿੱਚ ਹਿੰਦੁਸਤਾਨ ਆਏ ਸੀ ਅਕਬਰ ਬਾਦਸ਼ਾਹ ਕੋਲੇ। ਤੇ ਅਕਬਰ ਬਾਦਸ਼ਾਹ ਕੋਲੇ ਉਹਦੇ ਪਿਓ ਨੂੰ ਰੁਜ਼ਗਾਰ ਮਿਲ ਗਿਆ ਸੀ। ਪਰ ਜਦੋਂ ਨੂਰ ਜਹਾਂ ਜਵਾਨ ਹੋਈ ਤਾਂ ਉਹਦਾ ਵਿਆਹ ਇਰਾਨੀ ਨਸਲ ਦੇ ਅਲੀ ਕੁਲੀ ਨਾਲ ਕਰ ਦਿੱਤਾ ਗਿਆ ਸੀ। ਤੇ ਅਲੀ ਕੁਲੀ ਨੂੰ ਸ਼ੇਰ ਅਫਗਾਨ ਵੀ ਕਹਿੰਦੇ ਸੀਗੇ। ਤੇ ਉਹ ਸ਼ੇਰ ਅਫਗਾਨ ਮਤਲਬ ਜਹਾਂਗੀਰ ਦਾ ਵੀ ਚੰਗਾ ਲਿਹਾਜੀ ਸੀ, ਚੰਗਾ ਦੋਸਤ ਕਹਿ ਸਕਦੇ ਹੋ, ਉਹਦਾ ਚੰਗਾ ਕਮਾਂਡਰ ਵੀ ਸੀਗਾ। ਤੇ ਉਹ ਅੱਡ-ਅੱਡ ਬਗਾਵਤਾਂ ਤੇ ਜਾਂਦਾ ਸੀ। ਕਹਿੰਦੇ ਜਦੋਂ ਉਹ ਬਗਾਵਤ ਤੇ ਗਿਆ ਤਾਂ ਉਹਦੀ ਉੱਥੇ ਮੌਤ ਹੋ ਗਈ ਸੀਗੀ। ਉਸ ਸਮੇਂ ਨੂਰ ਜਹਾਂ ਦਾ ਵਿਆਹ ਸ਼ੇਰ ਅਫਗਾਨ ਨਾਲ ਹੋ ਚੁੱਕਿਆ ਸੀ। ਜਦੋਂ ਉਹਦੀ ਮੌਤ ਹੋ ਗਈ ਤਾਂ ਨੂਰ ਜਹਾਂ ਫਿਰ ਜਹਾਂਗੀਰ ਕੋਲੇ ਆਈ ਵੀ ਭਾਈ ਮੇਰੇ ਜਵਾਕ ਵੀ ਇਹ ਤੇ ਇੱਦਾਂ ਕਰਕੇ ਮੇਰੀ ਮਦਦ ਕਰ। ਤੇ ਇਹਨੇ ਕੀ ਕੀਤਾ ਕਿ ਉਹਦੇ ਨਾਲ ਵਿਆਹ ਕਰਾ ਲਿਆ ਸੀ। ਫਿਰ ਤੇ ਵਿਆਹ ਕਰਾ ਕੇ ਉਹਨੂੰ ਨੂਰ ਮਹਿਲ ਦਾ ਖਿਤਾਬ ਦਿੱਤਾ। ਤੇ ਉਸ ਤੋਂ ਬਾਅਦ ਨੂਰ ਜਹਾਂ ਵੀ ਕਿਹਾ ਜਾਣ ਲੱਗਾ, ਕਿਉਂਕਿ ਇਹਨਾਂ ਦੋਨਾਂ ਦੇ ਵਿਆਹ ਹੋਣ ਨਾਲ ਕੀ ਫਰਕ ਪਿਆ ਕਿ ਜਿਹੜਾ ਜਹਾਂਗੀਰ ਸੀ ਇਹ ਆਪਦੇ ਰਾਜ ਭਾਗ ਵੱਲ ਧਿਆਨ ਘਟਾ ਗਿਆ ਤੇ ਉਹਦੇ ਰਾਜ ਭਾਗ ਦਾ ਜਿੰਨਾ ਵੀ ਪ੍ਰਬੰਧ ਸੀ ਫਿਰ ਨੂਰ ਜਹਾਂ ਕਰਨ ਲੱਗ ਗਈ ਸੀ। ਕਿਉਂਕਿ ਨੂਰ ਜਹਾਂ ਖੂਬਸੂਰਤ ਤਾਂ ਸੀ, ਉਹਦੇ ਨਾਲ ਉਹ ਚੰਗੀ ਸਿਆਣਪ ਵੀ ਰੱਖਦੀ ਸੀ, ਰਾਜ ਭਾਗ ਨੂੰ ਚਲਾਉਣਾ ਕਿਵੇਂ ਆ, ਰਾਜਨੀਤਿਕ ਸ਼ਕਤੀ ਵੀ ਰੱਖਦੀ ਸੀ। ਅਸਲ 'ਚ ਤਾਂ ਵਿਦਵਾਨ ਇਹ ਵੀ ਮੰਨਦੇ ਆ ਵੀ ਜਹਾਂਗੀਰ ਤੋਂ ਉਸ ਸਮੇਂ ਨਾਂ ਦਾ ਬਾਦਸ਼ਾਹ ਹੀ ਰਹਿ ਗਿਆ ਸੀ ਤੇ ਸਾਰੀ ਸ਼ਕਤੀ ਤਾਂ ਨੂਰ ਜਹਾਂ ਦੇ ਕੋਲ ਚਲੀ ਗਈ ਸੀ। ਤੇ ਆਖਰ ਤੱਕ ਉਹਨੇ ਆਪਦੀ ਸ਼ਕਤੀ ਨੂੰ ਆਪਦੇ ਕੋਲੇ ਰੱਖਿਆ। ਜਦੋਂ 1627 ਦੇ ਵਿੱਚ ਜਹਾਂਗੀਰ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਉਹਨੇ ਆਪਦੇ ਜਵਾਈ ਨੂੰ ਬਾਦਸ਼ਾਹ ਘੋਸ਼ਿਤ ਕਰਤਾ ਸੀਗਾ ਵੀ ਮੇਰਾ ਇਸ ਵਕਤ ਭਾਰਤ ਦਾ ਬਾਦਸ਼ਾਹ ਮੇਰਾ ਜਵਾਈ ਆ। ਪਰ ਇਹ ਗੱਲ ਨੂਰ ਜਹਾਂ ਦੇ ਭਰਾ ਨੂੰ ਪਸੰਦ ਨਹੀਂ ਸੀ। ਜਿਹੜਾ ਨੂਰ ਜਹਾਂ ਦਾ ਭਰਾ ਸੀ ਉਹ ਕਹਿੰਦਾ ਸੀ ਕਿ ਮੇਰਾ ਜਵਾਈ ਬਾਦਸ਼ਾਹ ਬਣੇ। ਤੇ ਇਸੇ ਚੱਕਰ ਦੇ ਵਿੱਚ ਫਿਰ ਆਪਣਾ ਨੂਰ ਜਹਾਂ ਦੇ ਜਵਾਈ ਦਾ ਕਤਲ ਹੋ ਗਿਆ। ਤੇ ਉਸ ਤੋਂ ਬਾਅਦ ਨੂਰ ਜਹਾਂ ਦੇ ਭਰਾ ਦੇ ਜਵਾਈ ਨੂੰ ਗੱਦੀ ਮਿਲ ਗਈ ਸੀ। ਭਰਾ ਦਾ ਜਵਾਈ ਕੌਣ ਸੀ? ਸ਼ਾਹਜਹਾਂ। ਤੇ ਸ਼ਾਹਜਹਾਂ ਨੂੰ ਗੱਦੀ ਮਿਲ ਗਈ ਸੀ ਦਿੱਲੀ ਤਖਤ ਦੇ ਉੱਤੇ। ਤੇ ਇਹਦੇ ਬਾਰੇ ਆਖਰੀ ਜੀਵਨ ਕਿਵੇਂ ਨੂਰ ਜਹਾਂ ਦਾ ਬੀਤਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਦਰਸ਼ਕੋ, ਜਹਾਂਗੀਰ ਬਾਦਸ਼ਾਹ ਦੇ ਜੀਵਨ ਦੇ ਵਿੱਚ ਕੁਝ ਘਟਨਾਵਾਂ ਵੀ ਵੱਡੀਆਂ ਵਾਪਰੀਆਂ, ਜਿਨ੍ਹਾਂ ਵਿੱਚ ਸੀ ਖੁਸਰੋ ਦੀ ਬਗਾਵਤ। ਕਿਉਂਕਿ ਉਹਦੇ ਜੀਵਨ 'ਚ ਬਗਾਵਤਾਂ ਵੀ ਬਹੁਤ ਹੋਈਆਂ ਸੀ। ਖੁਸਰੋ ਦੀ ਬਗਾਵਤ ਇਸ ਪੱਧਰ ਤੇ ਪਹੁੰਚ ਗਈ ਸੀ ਕਿ ਮੁਗਲਾਂ ਤੇ ਸਿੱਖਾਂ 'ਚ ਤਰੇੜ ਪੈ ਗਈ ਸੀ ਜਮਾਂ ਹੀ। ਇਹਦੇ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹਾਦਤ ਦੇਣੀ ਪਈ ਸੀ। ਬੇਸ਼ੱਕ ਬਾਅਦ ਦੇ ਵਿੱਚ ਚੰਦੂ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰਤਾ ਸੀਗਾ, ਕੌਮ ਦੇ ਹਵਾਲੇ ਕਰਤਾ ਸੀ। ਇਸ ਤੋਂ ਬਾਅਦ ਇੱਕ ਘਟਨਾ ਹੋਰ ਵੀ ਹੈ ਕਿ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਵੀ ਕੀਤਾ ਸੀ। ਉਹਦੀ ਇੱਕ ਵੱਖਰੀ ਕਹਾਣੀ ਆ, ਉਹ ਵੀ ਆਪਣੇ ਚੈਨਲ ਤੇ ਗਵਾਲੀਅਰ ਵਾਲੇ ਕਿਲੇ ਐਪੀਸੋਡ ਦੇ ਵਿੱਚ ਪਈ ਆ। ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਚੰਗੀ ਦੋਸਤ ਕੀ ਰਿਹਾਈ ਹੋਣ ਤੋਂ ਬਾਅਦ ਦੋਨਾਂ 'ਚ ਚੰਗੀ ਮਿੱਤਰਤਾ ਵੀ ਪੈ ਗਈ ਸੀ। ਦੋਵਾਂ ਨੇ ਇਕੱਠਿਆਂ ਨੇ ਯਾਤਰਾਵਾਂ ਵੀ ਕੀਤੀਆਂ ਸੀਗੀਆਂ। ਉਹ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਏ ਸੀਗੇ। ਬਾਦਸ਼ਾਹ ਜਹਾਂਗੀਰ ਦੀ ਘਰ ਵਾਲੀ ਸੀ, ਉਹ ਵੀ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਮਤਲਬ ਕਿਤੇ ਨਾ ਕਿਤੇ ਉਹਨਾਂ ਦਿਲ ਦੇ ਵਿੱਚ ਜਾਗਣ ਲੱਗਿਆ ਸੀ ਕਿ ਇਹ ਬੰਦੇ ਬਹੁਤ ਚੰਗੇ ਆ। ਮਤਲਬ ਸਿੱਖ ਧਰਮ ਪ੍ਰਤੀ ਉਹਨਾਂ ਦੇ ਦਿਲਾਂ 'ਚ ਸਤਿਕਾਰ ਪੈਦਾ ਹੋ ਗਿਆ ਸੀਗਾ। ਦੇਖੋ, ਜਦੋਂ 1627 ਦੇ ਵਿੱਚ ਜਹਾਂਗੀਰ ਦੀ ਮੌਤ ਹੋ ਗਈ ਸੀ ਤਾਂ ਇਹਦੇ ਨਾਲ ਨੂਰ ਜਹਾਂ ਦੀ ਸ਼ਕਤੀ ਘਟ ਗਈ ਸੀ। ਤੇ 1628 ਦੇ ਵਿੱਚ ਗੱਦੀ ਤੇ ਬੈਠਿਆ ਸੀਗਾ ਸ਼ਾਹਜਹਾਂ। ਉਹਨੇ ਫਿਰ ਆਪਦੀ ਮਤਰੇਈ ਮਾਂ ਨੂੰ ਕਹਿ ਲਓ ਕਿ 2 ਲੱਖ ਪੈਨਸ਼ਨ ਲਾ ਕੇ ਲਾਹੌਰ ਦੇ ਵਿੱਚ ਥਾਂ ਦਿੱਤੀ ਸੀ ਵੀ ਤੂੰ ਲਾਹੌਰ 'ਚ ਰਹਿ ਲਿਆ ਕਰ। ਤੇ ਲਾਹੌਰ 'ਚ ਰਹਿ ਕੇ
ਨੂਰ ਜਹਾਂ ਨੇ ਬਹੁਤ ਚੰਗੇ ਕੰਮ ਕੀਤੇ ਸੀ। ਸਭ ਤੋਂ ਵੱਡਾ ਕੰਮ ਤਾਂ ਹੁੰਦਾ ਵੀ ਫੈਸ਼ਨ ਡਿਜ਼ਾਈਨਿੰਗ। ਉਹਨੇ ਨਵੇਂ ਲੋਕਾਂ ਦੇ ਵਿੱਚ ਫੈਸ਼ਨ ਡਿਜ਼ਾਈਨ ਦਾ ਮਤਲਬ ਇੱਕ ਮੌਕਾ ਦਿੱਤਾ, ਨਵੇਂ ਨਮੂਨੇ ਘੜੇ। ਇਸੇ ਤਰੀਕੇ ਨਾਲ ਗਹਿਣਿਆਂ ਦੇ ਵਿੱਚ ਵੀ ਉਹਨੇ ਨਵੇਂ ਨਮੂਨੇ ਘੜੇ ਸੀਗੇ ਤੇ ਮਤਲਬ ਵੀ ਕਿ ਲੋਕਾਂ ਨੂੰ ਉਤਸ਼ਾਹ ਮਿਲਿਆ ਸੀ। ਫੈਸ਼ਨ ਦੀ ਦੁਨੀਆ 'ਚ ਇੱਕ ਕ੍ਰਾਂਤੀ ਆ ਗਈ ਸੀ, ਜਿਵੇਂ ਕਿ ਉਹਨੇ ਇਤਰ ਦੀ ਵੀ ਕਾਢ ਕੱਢੀ ਸੀ। ਤੇ ਇਸ ਤੋਂ ਬਿਨਾਂ ਤੁਹਾਨੂੰ ਹੋਰ ਦੱਸਦੇ ਹਾਂ ਗੱਲ, ਨੂਰ ਜਹਾਂ ਦੀ ਮੌਤ 1645 'ਚ ਹੋਈ ਸੀ। 1645 ਤੱਕ ਉਹ ਲੋੜਵੰਦਾਂ ਦੀ ਮਦਦ ਹੀ ਕਰਦੀ ਰਹੀ ਆਪਦੀ ਪੈਨਸ਼ਨ ਦੇ ਵਿੱਚੋਂ। ਤੇ ਜਿਹੜਾ ਜਹਾਂਗੀਰ ਦਾ ਮਕਬਰਾ ਬਣਿਆ ਸੀਗਾ ਲਾਹੌਰ ਦੇ ਵਿੱਚ, ਉਹ ਵੀ ਨੂਰ ਜਹਾਂ ਦੀ ਦੇਖ ਰੇਖ ਦੇ ਅਧੀਨ ਹੀ ਬਣਿਆ ਸੀਗਾ, ਮਤਲਬ ਉਹਦੀ ਨਿਗਾਹ ਦੇ ਵਿੱਚ ਰਹਿ ਕੇ ਹੀ ਬਣਿਆ ਸੀ। ਤੇ ਇਹ ਦੇਖੋ ਤੁਹਾਨੂੰ ਦੋ ਬਣੇ ਹੋਏ ਆ ਇੱਥੇ, ਇੱਕ ਮਹਿਲ ਉਹ ਸਾਹਮਣੇ ਤੇ ਇੱਕ ਜਿਹੜੇ ਤੇ ਮੈਂ ਹੁਣ ਖੜਾ, ਇਹ ਵੀ ਧੁੱਪ ਛਾਂ ਨੂੰ ਦੇਖ ਕੇ ਰੱਖੇ ਗਏ ਸੀ। ਮਤਲਬ ਜਦੋਂ ਸੂਰਜ ਇੱਧਰ ਹੋਵੇ ਤਾਂ ਮਤਲਬ ਬੰਦਾ ਇੱਧਰ ਰਹਿ ਸਕੇ, ਮਤਲਬ ਗਰਮੀ ਨਾ ਲੱਗੇ। ਜੇ ਸੂਰਜ ਉੱਧਰ ਹੋਵੇ ਤਾਂ ਉੱਥੇ ਰਹਿ ਸਕੇ, ਮਤਲਬ ਗਰਮੀ ਸਰਦੀ ਨੂੰ ਰੱਖ ਕੇ ਮੁੱਖ ਬਣਾਏ ਗਏ ਸੀ। ਇਹ ਪੱਥਰ ਤੇ ਚੂਨੇ ਨਾਲ ਬਣੇ ਹੋਏ ਆ ਤੇ ਹਜੇ ਤੱਕ ਵੀ ਬਹੁਤ ਮਜ਼ਬੂਤ ਆ। ਦੇਖੋ ਛੱਤਾਂ ਨਰੋਈਆਂ ਨੇ, ਹਜੇ ਤੱਕ ਕਿਤੋਂ ਵੀ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਵਧੀਆ ਤੇ ਤੁਰ ਫਿਰ ਰਹੇ ਹਾਂ। ਚੂਨਾ ਵਰਤਿਆ ਗਿਆ ਇਹਦੇ ਵਿੱਚ ਤੇ ਉਹ ਸਾਹਮਣੇ ਵੀ ਇਹਦੇ ਵਿੱਚ ਨਕਾਸ਼ੀ ਕੀਤੀ ਗਈ ਆ। ਤੇ ਕਿਸੇ ਸਮੇਂ ਇੱਥੇ ਇਰਦ ਗਿਰਦ ਬਹੁਤ ਸਾਰੀਆਂ ਝੀਲਾਂ ਹੁੰਦੀਆਂ ਸੀਗੀਆਂ। ਤੁਹਾਨੂੰ ਮੈਂ ਦਿਖਾ ਦਿਆਂ ਵੀ ਇਹ ਅਰਾਵਲੀ ਪਰਬਤ ਸ਼੍ਰੇਣੀ ਦੇ ਕੋਲ ਆ ਜਾਂਦਾ, ਅਜਮੇਰ ਤੋਂ 14 ਕਿਲੋਮੀਟਰ। ਉਹ ਵੱਡੇ ਵੱਡੇ ਪਹਾੜ ਇਸ ਵਕਤ ਧੁੰਦ ਆ, ਉਹ ਇਸੇ ਕਰਕੇ ਉਹ ਪਹਾੜ ਤੁਹਾਨੂੰ ਘੱਟ ਦਿਸ ਰਹੇ ਆ। ਉਹ ਦੇਖੋ ਇਹ ਪਹਾੜ ਆ, ਸਾਰੇ ਪਹਾੜੀ ਏਰੀਆ ਵਾ। ਮਤਲਬ ਦਿਲਕਸ਼ ਨਜ਼ਾਰਾ ਸੀ ਇੱਥੇ, ਜਿਹੜੀ ਥਾਂ ਨੂੰ ਸ਼ਾਹ ਜਹਾਂ ਨੇ ਆਪਦੇ ਰਹਿਣ ਲਈ ਆਪਦੀ ਆਰਾਮਗਾਹ ਦੇ ਤੌਰ ਤੇ ਵਰਤਿਆ ਸੀਗਾ। ਦਰਸ਼ਕੋ, ਮੈਨੂੰ ਲੱਗਦਾ ਵੀ ਆਪਣਾ ਪੰਜਾਬੀ ਦਾ ਪਹਿਲਾ ਚੈਨਲ ਆ ਜਿਹੜਾ ਇਸ ਮਹਿਲ ਨੂੰ ਵਿਖਾ ਰਿਹਾ ਵਾ। ਮਤਲਬ ਨਹੀਂ ਤਾਂ ਤਕਰੀਬਨ ਮੈਂ ਕਿਹਨੂੰ ਨਹੀਂ ਲੱਗਦਾ ਵੀ ਮੈਂ ਸਰਚ ਕੀਤਾ ਸੀ, ਕਿਸੇ ਨੇ ਵੀ ਨਹੀਂ ਸੀ ਬਣਾਇਆ ਵੀ ਆਪਣਾ ਪਹਿਲਾ ਚੈਨਲ ਆ। ਇਹ ਸਾਰਾ ਕੁਝ ਤੁਹਾਡੀ ਬਦੌਲਤ ਆ। ਤੇ ਇਸ ਮਹਿਲ ਬਾਰੇ ਕਿਹਾ ਜਾਂਦਾ ਵੀ ਜਹਾਂਗੀਰ ਨੇ ਬਣਵਾਇਆ ਸੀ, ਪਰ ਅਨਿਰੁੱਧ ਸਿੰਘ ਦੀ ਅਧੀਨਗੀ ਅਧੀਨ ਮਤਲਬ ਉਹਦੇ ਕਮਾਂਡ ਦੇ ਅਧੀਨ ਹੀ ਇਹ ਸਾਰਾ ਸੰਪੂਰਨ ਹੋਇਆ ਸੀ। ਜਿਹੜਾ ਅਨਿਰੁੱਧ ਸਿੰਘ ਸੀ ਬੀਕਾਨੇਰ ਦੇ ਰਾਜਾ ਰਾਏ ਸਿੰਘ ਦਾ ਛੋਟਾ ਭਰਾ ਸੀ, ਮਤਲਬ ਉਹਦੀ ਦੇਖ ਰੇਖ ਦੇ ਵਿੱਚ ਇਹ ਸਾਰਾ ਤਿਆਰ ਹੋਇਆ ਸੀ। ਕਿਉਂਕਿ ਰਾਜਾ ਮਹਾਰਾਜਾ ਨਾਲ ਵੀ ਯਾਰ ਬਾਦਸ਼ਾਹ ਦੇ ਚੰਗੇ ਸੰਬੰਧ ਹੁੰਦੇ ਹੀ ਆ। ਜਿਵੇਂ ਹੁਣ ਵੀ ਵੱਡੇ ਰਾਜੇ ਆ ਜਾਂ ਵੱਡੇ ਮੰਤਰੀ ਆ, ਭਾਵੇਂ ਵਿਰੋਧੀ ਪਾਰਟੀ 'ਚ ਹੀ ਹੋਣ, ਉਹਨਾਂ ਦੇ ਆਪਸ ਵਿੱਚ ਚੰਗੇ ਸੰਬੰਧ ਹਮੇਸ਼ਾ ਬਣੇ ਰਹਿੰਦੇ ਹੁੰਦੇ ਆ। ਕੁੱਟ ਤਾਂ ਹਮੇਸ਼ਾ ਜਨਤਾ ਦੀ ਜਿਵੇਂ ਪੈਂਦੀ ਆ, ਉਸੇ ਤਰੀਕੇ ਨਾਲ ਦੂਜਿਆਂ ਰਾਜਿਆਂ ਨਾਲ ਤਾਂ ਲੜਾਈਆਂ ਚੱਲਦੀਆਂ ਹੁੰਦੀਆਂ ਸੀ ਤੇ ਕੁਝ ਰਾਜਿਆਂ ਨਾਲ ਸਾਂਝਾਂ ਵੀ ਹੁੰਦੀਆਂ ਸੀ। ਉਸੇ ਤਹਿਤ ਇਹ ਮਹਿਲ ਬਣਿਆ ਸੀਗਾ। ਸੋ ਦਰਸ਼ਕੋ, ਕਿਵੇਂ ਲੱਗੀ ਇਹ ਜਾਣਕਾਰੀ ਜ਼ਰੂਰ ਦੱਸਿਓ, ਸ਼ੇਅਰ ਕਰਿਓ। ਧੰਨਵਾਦ। ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਫਿਰ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ।